Hello everyone, you are watching IELTS Fever channel and I am Manpreet as your IELTS trainer। ਤੇ ਅੱਜ ਆਪਾਂ ਗੱਲ ਕਰਾਂਗੇ ਆਇਲਸ ਲਿਸਨਿੰਗ ਮੋਡਿਊਲ ਬਾਰੇ। ਇਹਦਾ ਆਪਾਂ ਸਟਰਕਚਰ ਦੇਖਾਂਗੇ ਐਂਡ ਗ੍ਰੇਡਿੰਗ ਦੇਖਾਂਗੇ ਤੇ ਤੁਹਾਨੂੰ ਨਾਲ ਇਹ ਵੀ ਦੱਸਾਂਗੇ ਕਿ ਸਟੂਡੈਂਟਸ ਨੂੰ 9 ਬੈਂਡ ਅਚੀਵ ਕਰਨ 'ਚ ਕੀ ਪ੍ਰੋਬਲਮਸ ਆਉਂਦੀਆਂ, ਕੀ ਪ੍ਰੋਬਲਮਸ ਉਹਨਾਂ ਨੂੰ ਫੇਸ ਕਰਨੀਆਂ ਪੈਂਦੀਆਂ ਤੇ ਕੀ ਰੀਜ਼ਨ ਆ। ਕਿਉਂਕਿ ਲਿਸਨਿੰਗ ਮੋਡਿਊਲ ਤੁਹਾਡਾ ਫਸਟ ਮੋਡਿਊਲ ਹੈ ਜਿਹੜਾ ਟੈਸਟਿੰਗ 'ਚ ਸਭ ਤੋਂ ਪਹਿਲਾਂ ਆਉਂਦਾ ਹੈ। ਯਾਨੀ ਕਿ ਪਹਿਲਾਂ ਲਿਸਨਿੰਗ ਹੁੰਦੀ ਹੈ, ਫਿਰ ਰੀਡਿੰਗ, ਫਿਰ ਰਾਈਟਿੰਗ ਐਂਡ ਸਪੀਕਿੰਗ। ਸਪੀਕਿੰਗ ਜਿਹੜਾ ਆ ਉਹ ਕਿਸੇ ਅਲਟਰਨੇਟਿਵ ਡੇਜ਼ 'ਤੇ ਹੁੰਦਾ ਹੈ, ਯਾਨੀ ਕਿ ਜਾਂ ਤਾਂ ਤੁਹਾਡਾ ਸਪੀਕਿੰਗ ਦਾ ਟੈਸਟ ਪਹਿਲਾਂ ਹੋ ਜਾਊਗਾ ਜਾਂ ਫਿਰ ਤੁਹਾਡਾ ਸਪੀਕਿੰਗ ਦਾ ਟੈਸਟ ਬਾਅਦ 'ਚੋਂ ਆਊਗਾ ਤੁਹਾਡੇ ਐਗਜ਼ਾਮ ਤੋਂ। ਜਿਹੜਾ ਲਿਸਨਿੰਗ, ਰੀਡਿੰਗ ਐਂਡ ਰਾਈਟਿੰਗ ਹੈ, ਇਹ ਤਿੰਨੇ ਮੋਡਿਊਲ ਇੱਕ ਦਿਨ ਦੇ ਵਿੱਚ ਟੈਸਟ ਹੁੰਦੇ ਤੁਹਾਡੇ। ਸੋ ਸਭ ਤੋਂ ਪਹਿਲਾ ਮੋਡਿਊਲ ਜਿਹੜਾ ਟੈਸਟ ਹੁੰਦਾ ਉਹ ਹੈ ਲਿਸਨਿੰਗ। ਸੋ ਲਿਸਨਿੰਗ ਦੇ ਵਿੱਚ ਤੁਸੀਂ ਫੁੱਲ ਕੌਨਸਨਟਰੇਟ ਹੁੰਦੇ ਹੋ, ਤੁਹਾਡਾ ਮਾਈਂਡ ਉਦੋਂ ਬਿਲਕੁਲ ਫਰੈਸ਼ ਹੁੰਦਾ ਹੈ, ਤੁਸੀਂ ਈਜ਼ਲੀ ਉਦੋਂ 9 ਬੈਂਡ ਅਚੀਵ ਕਰ ਸਕਦੇ ਹੋ। ਸੋ ਅੱਗੇ ਵੱਧਦੇ ਹਾਂ, ਦੇਖਦੇ ਹਾਂ ਇਹਦਾ ਸਟਰਕਚਰ। ਸੋ ਲਿਸਨਿੰਗ ਦੇ ਵਿੱਚ ਤੁਹਾਨੂੰ ਦੱਸ ਦਈਏ ਮਿਨੀ ਬ੍ਰੇਕਸ ਆਉਂਦੇ ਬਿਟਵੀਨ ਮੋਡਿਊਲਸ, ਕਿ ਛੋਟੇ ਛੋਟੇ ਬ੍ਰੇਕਸ, ਛੋਟੇ ਛੋਟੇ ਪੋਜ਼ਿਸ ਆਉਂਦੇ ਨੇ। ਜਿਵੇਂ ਸੈਕਸ਼ਨ 1 ਤੋਂ ਬਾਅਦ ਤੁਹਾਨੂੰ ਬ੍ਰੇਕ ਮਿਲਦਾ ਹੈ ਆਪਣੇ ਆਨਸਰ ਚੈੱਕ ਕਰਨ ਦਾ, ਫਿਰ ਤੁਹਾਨੂੰ ਬ੍ਰੇਕ ਮਿਲਦਾ ਹੈ ਸੈਕਸ਼ਨਸ, ਈਵਨ ਸੈਕਸ਼ਨ ਦੇ ਵਿੱਚ ਵੀ ਤੁਹਾਨੂੰ ਬ੍ਰੇਕ ਮਿਲਦਾ। ਜਿਵੇਂ ਸੈਕਸ਼ਨ 1 ਦੇ ਵਿੱਚ ਪਹਿਲਾਂ 10 ਕੁਐਸਚਨ ਹੈ, ਸੋ ਪਹਿਲਾਂ ਤੁਹਾਨੂੰ ਉਹ ਕਹਿਣਗੇ ਕਿ ਆ ਲੁੱਕ ਐਟ ਕੁਐਸਚਨ 1 to 6, ਕਿ 1 ਤੋਂ ਲੈ ਕੇ 6 ਤੱਕ ਦੇ ਕੁਐਸਚਨ ਦੇਖੋ, ਠੀਕ ਹੈ। ਫਿਰ ਉਸ ਤੋਂ ਬਾਅਦ ਨੈਕਸਟ ਕੁਐਸਚਨ ਪਲੇ ਕੀਤੇ ਜਾਣਗੇ, ਯਾਨੀ ਕਿ ਛੋਟੇ ਛੋਟੇ ਬ੍ਰੇਕਸ ਮਿਲਦੇ ਆ ਜਿਹਦੇ ਨਾਲ ਤੁਸੀਂ ਜੋ ਹੈ ਕਿ ਕੁਐਸਚਨ ਨੂੰ ਰੀਡ ਕਰ ਸਕਦੇ ਹੋ ਅਤੇ ਉਹਨੂੰ ਅੰਡਰਸਟੈਂਡ ਕਰਕੇ ਆਨਸਰ ਲਗਾ ਸਕਦੇ ਹੋ। 4 ਸੈਕਸ਼ਨਸ ਹੁੰਦੇ ਆ, ਤੁਹਾਨੂੰ ਇਹ ਦੱਸਣਾ ਇਸ ਕਰਕੇ ਜ਼ਰੂਰੀ ਹੈ ਇਹਦਾ ਸਟਰਕਚਰ, ਕਿ ਅਗਰ ਤੁਹਾਨੂੰ ਸਟਰਕਚਰ ਪ੍ਰੋਪਰ ਪਤਾ ਹੋਊਗਾ, ਤੁਹਾਨੂੰ ਕੁਐਸਚਨ ਟਾਈਪਸ ਪ੍ਰੋਪਰ ਪਤਾ ਹੋਣਗੀਆਂ ਤਾਂ ਡੈਫੀਨੇਟਲੀ ਤੁਸੀਂ 8+ ਬੈਂਡ ਅਚੀਵ ਕਰੋਗੇ ਹੀ ਕਰੋਗੇ। ਸੋ 4 ਸੈਕਸ਼ਨਸ ਹੁੰਦੇ ਆ ਐਂਡ 40 ਕੁਐਸਚਨਸ ਹੁੰਦੇ ਆ। ਜਿਵੇਂ ਜਿਵੇਂ ਸੈਕਸ਼ਨ ਜਾਂਦਾ ਰਹਿੰਦਾ ਆ, ਯਾਨੀ ਕਿ ਸੈਕਸ਼ਨ ਤੋਂ ਬਾਅਦ ਸੈਕਸ਼ਨ 2 ਆਉਂਦਾ, ਸੈਕਸ਼ਨ 2 ਤੋਂ ਬਾਅਦ 3 ਐਂਡ 4, ਉਸੇ ਤਰ੍ਹਾਂ ਹੀ ਡਿਫੀਕਲਟੀ ਲੈਵਲ ਜਿਹੜਾ ਆ ਉਹ ਅਪ ਹੁੰਦਾ ਰਹਿੰਦਾ। ਇਹਦਾ ਗ੍ਰਾਫ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ, ਜਿਵੇਂ ਜਿਵੇਂ ਸੈਕਸ਼ਨ ਜਾਏਗਾ ਉੱਦਾਂ ਉੱਦਾਂ ਉਹਦਾ ਡਿਫੀਕਲਟੀ ਲੈਵਲ ਇਨਕਰੀਜ਼ ਹੋਏਗਾ। 4 ਸੈਕਸ਼ਨ 40 ਕੁਐਸਚਨ, ਇਟ ਮੀਨਸ ਕਿ ਈਚ ਸੈਕਸ਼ਨ ਦੇ ਵਿੱਚ 10 ਕੁਐਸਚਨ ਆਉਣਗੇ, ਹਰੇਕ ਸੈਕਸ਼ਨ ਦੇ ਵਿੱਚ 10 ਕੁਐਸਚਨ ਆਉਣਗੇ। ਸੋ ਸੈਕਸ਼ਨ 1 ਦੇ ਵਿੱਚ ਕਿੱਦਾਂ ਦੇ ਕੁਐਸਚਨ ਆਉਣਗੇ ਅਤੇ ਕਿੱਦਾਂ ਦੀ ਟੋਕ ਹੁੰਦੀ ਹੈ ਉਹਦੇ ਬਾਰੇ ਅੱਗੇ ਡਿਸਕਸ ਕਰਾਂਗੇ। ਟਾਈਮਿੰਗ ਤੁਹਾਨੂੰ ਦੱਸਦਾ ਕਿ ਟਾਈਮਿੰਗ 40 ਮਿੰਟਸ ਦੀ ਹੁੰਦੀ ਹੈ। 30 ਮਿੰਟ ਆਡੀਓ ਲਈ ਹੁੰਦਾ ਹੈ, ਜਦ ਕਿ 10 ਮਿੰਟ ਤੁਹਾਨੂੰ ਐਕਸਟਰਾ ਮਿਲਦੇ ਨੇ ਫੋਰ ਆਨਸਰ ਟ੍ਰਾਂਸਫਰ ਲਈ। ਆਨਸਰ ਟ੍ਰਾਂਸਫਰ ਲਈ 10 ਮਿੰਟ ਐਕਸਟਰਾ ਮਿਲਦੇ ਨੇ। ਸੋ ਸਭ ਤੋਂ ਪਹਿਲਾਂ ਜਦੋਂ ਤੁਹਾਨੂੰ ਕੁਐਸਚਨ ਬੁੱਕਲੇਟ ਦਿੱਤੀ ਜਾਂਦੀ ਹੈ, ਤੁਸੀਂ ਨਾਲ ਦੀ ਨਾਲ ਸੁਣਨਾ ਹੁੰਦਾ ਹੈ ਅਤੇ ਨਾਲ ਦੀ ਨਾਲ ਹੀ ਆਪਣੇ ਆਨਸਰ ਜਿਹੜੇ ਆ ਕੁਐਸਚਨ ਬੁੱਕਲੇਟ ਦੇ ਉੱਪਰ ਲਿਖਣੇ ਹੁੰਦੇ ਆ। ਤੁਸੀਂ ਉਹਨੂੰ ਚਾਹੇ ਕੈਪੀਟਲ ਲੈਟਰ 'ਚ ਲਿਖੋ, ਚਾਹੇ ਤੁਸੀਂ ਉਹਨੂੰ ਸਮੋਲ ਲੈਟਰਸ 'ਚ ਲਿਖੋ, ਚਾਹੇ ਤੁਸੀਂ ਉਹਨੂੰ ਸ਼ੋਰਟ ਫਾਰਮ 'ਚ ਲਿਖੋ। ਲਿਖਣਾ ਤੁਸੀਂ ਉਸ ਤਰੀਕੇ ਨਾਲ ਹੈ ਕਿ ਤੁਹਾਨੂੰ ਈਜ਼ਲੀ ਸਮਝ ਆਉਣਾ ਚਾਹੀਦਾ ਆ। ਨੋਬਡੀ ਕੈਨ ਚੈੱਕ ਯੂਅਰ ਕੁਐਸਚਨ ਬੁੱਕਲੇਟ, ਕਿਸੇ ਨੇ ਤੁਹਾਡੀ ਕੁਐਸਚਨ ਬੁੱਕਲੇਟ ਚੈੱਕ ਨਹੀਂ ਕਰਨੀ। ਸੋ ਆਨਸਰ ਬੁੱਕਲੇਟ ਚੈੱਕ ਕਰਨੀ ਹੈ। ਜਿੰਨੀ ਫਾਸਟ ਤੁਸੀਂ ਲਿਖੋਗੇ ਕੁਐਸਚਨ ਬੁੱਕਲੇਟ 'ਤੇ ਉਨਾ ਤੁਸੀਂ ਟਾਈਮ ਦੇ ਸਕੋਗੇ ਅਗਲੇ ਕੁਐਸਚਨ 'ਤੇ। ਪਰ ਜਿਵੇਂ ਹੀ ਤੁਸੀਂ ਕੁਐਸਚਨ ਨੂੰ ਆਨਸਰ ਨੂੰ ਪਿਕ ਕੀਤਾ, ਨਾਲ ਦੀ ਨਾਲ ਉਹਨੂੰ ਆਪਣੀ ਕੁਐਸਚਨ ਬੁੱਕਲੇਟ 'ਤੇ ਲਿਖ ਲੈਣਾ ਆ। ਬਟ ਜਦੋਂ ਉਹਨੂੰ ਤੁਸੀਂ ਆਨਸਰ ਸ਼ੀਟ 'ਤੇ ਟ੍ਰਾਂਸਫਰ ਕਰਨਾ ਹੈ, ਉਦੋਂ ਪ੍ਰੋਪਰ ਅੰਡਰਸਟੈਂਡਿੰਗ ਨਾਲ, ਪ੍ਰੋਪਰ ਉਹਨੂੰ ਦੇਖ ਕੇ ਕਿ ਸਹੀ ਆਨਸਰ ਹੈ, ਉਹਦੀ ਗ੍ਰਾਮਰ ਵਗੈਰਾ ਚੈੱਕ ਕਰਕੇ ਉਦੋਂ ਟ੍ਰਾਂਸਫਰ ਕਰਨਾ, ਉਦੋਂ ਸਪੈਲਿੰਗ ਮਿਸਟੇਕਸ ਨਹੀਂ ਹੋਣੀਆਂ ਚਾਹੀਦੀਆਂ। ਸੋ ਕਿੱਦਾਂ ਦੇ ਕੁਐਸਚਨ ਟਾਈਪਸ ਆਉਂਦੇ ਨੇ ਪੇਪਰ ਦੇ ਵਿੱਚ। ਅ ਵਰਾਇਟੀ ਆਫ ਕੁਐਸਚਨ ਟਾਈਪਸ ਆਰ ਯੂਜ਼ਡ ਲਾਈਕ ਮਲਟੀਪਲ ਚੋਇਸ ਕੁਐਸਚਨ, ਯਾਨੀ ਕਿ ਮਲਟੀਪਲ ਚੋਇਸ ਕੁਐਸਚਨ ਆਉਂਦੇ ਨੇ, ਮੈਚਿੰਗਸ ਆਉਂਦੀਆਂ, ਪਲਾਨ, ਕਿਸੇ ਬਿਲਡਿੰਗ ਦੀ ਪਲੈਨਿੰਗ ਹੁੰਦੀ ਹੈ ਉਹ ਆ ਗਿਆ, ਕੋਈ ਮੈਪ ਆ ਗਿਆ, ਡਾਇਗਰਾਮ, ਲੇਬਲਿੰਗ, ਨੋਟਸ, ਫਲੋ ਚਾਰਟ, ਸਮਰੀ ਕੰਪਲੀਸ਼ਨ ਔਰ ਈਵਨ ਸੈਂਟੈਂਸ ਕੰਪਲੀਸ਼ਨ। ਮਤਲਬ ਬਹੁਤ ਸਾਰੀ ਟਾਈਪਸ ਨੇ ਕੁਐਸਚਨ ਦੀਆਂ, ਕਿਸੇ ਵੀ ਟਾਈਪਸ ਦੇ ਕੁਐਸਚਨ ਆ ਸਕਦੇ ਨੇ। ਪਰ ਅੱਗੇ ਤੁਹਾਨੂੰ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ, ਤੁਹਾਨੂੰ ਅੱਗੇ ਪਤਾ ਲੱਗੂਗਾ ਕਿ ਹਰੇਕ ਸੈਕਸ਼ਨ ਦੇ ਵਿੱਚ ਹਰੇਕ ਸੈਕਸ਼ਨ ਦੇ ਵਿੱਚ ਕੈਟੇਗਰੀ ਡਿਵਾਈਡ ਕੀਤੀ ਗਈ ਹੈ ਕਿ ਕਿਸ ਟਾਈਪ ਦੇ ਕੁਐਸਚਨ ਆਉਂਦੇ ਨੇ। ਸੋ ਈਚ ਕਰੈਕਟ ਆਨਸਰ, ਹਰੇਕ ਠੀਕ ਆਨਸਰ ਦਾ ਤੁਹਾਨੂੰ 1 ਮਾਰਕਸ ਮਿਲਦਾ, ਯਾਨੀ ਕਿ 1 ਨੰਬਰ ਮਿਲਦਾ। ਯਾਨੀ ਕਿ 40 ਕੁਐਸਚਨ ਨੇ ਤਾਂ 1 ਕੁਐਸਚਨ 1 ਨੰਬਰ ਦਾ ਹੈ। ਸੋ ਜਿਹਦੇ 40 ਵਿੱਚੋਂ 40 ਠੀਕ ਹੋਣਗੇ ਉਹਨੂੰ ਮਿਲਦਾ ਆ 9 ਬੈਂਡ। ਸੋ 9 ਬੈਂਡ ਲੈਣਾ ਇੰਨਾ ਡਿਫੀਕਲਟ ਨਹੀਂ ਹੈ, ਬਹੁਤ ਸੌਖਾ ਆ। ਸੋ
ਆਪਾਂ ਦੇਖ ਲਈਏ ਕਿ ਹੋਰ ਕੀ ਪ੍ਰੋਬਲਮਸ ਜਿਹੜੀ ਸਟੂਡੈਂਟਸ ਨੂੰ ਫੇਸ ਕਰਨ ਨੂੰ ਮਿਲਦੀਆਂ। ਇਹ ਤੁਹਾਨੂੰ ਦੱਸਦਾ ਕਿ ਫੋਰਮੈਟ ਕਿੱਦਾਂ ਦਾ ਹੁੰਦਾ ਨਾ, ਕਿ 40 ਮਿੰਟਸ ਦਾ ਐਗਜ਼ਾਮ ਹੁੰਦਾ ਆ, ਇੱਦਾਂ ਇੱਦਾਂ। ਤਾਂ ਇੱਕ ਚੀਜ਼ ਤੁਸੀਂ ਹੋਰ ਬਹੁਤ ਜ਼ਿਆਦਾ ਫੇਸ ਕੀਤੀ ਹੋਊਗੀ ਅਤੇ ਉਹਨੂੰ ਧਿਆਨ 'ਚ ਰੱਖਣਾ ਆ ਕਿ ਜਦੋਂ ਤੁਸੀਂ ਐਗਜ਼ਾਮ ਦੇਣ ਜਾਂਦੇ ਹੋ ਉਦੋਂ ਤੁਸੀਂ ਆਪਦੇ ਹੈਡਫੋਨ ਉੱਥੇ ਚੈੱਕ ਕਰਨੇ ਨੇ। ਈਵਨ ਉਹ ਤੁਹਾਨੂੰ 5 to 10 ਮਿੰਟਸ ਦਾ ਟਾਈਮ ਦਿੰਦੇ ਨੇ ਐਗਜ਼ਾਮੀਨਰਸ ਕਿ ਤੁਸੀਂ ਆਪਦੇ ਹੈਡਫੋਨ ਚੈੱਕ ਕਰ ਲਓ, ਕਿਉਂਕਿ ਆਡੀਓ ਜਿਹੜੀ ਹੈ ਉਹ ਸਿਰਫ ਸਿੰਗਲ ਟਾਈਮ ਹੀ ਪਲੇ ਹੁੰਦੀ ਹੈ। ਸੋ ਜਿਵੇਂ ਤੁਹਾਨੂੰ ਟਾਈਮ ਮਿਲਿਆ, ਅਗਰ ਤੁਹਾਡਾ ਹੈਡਫੋਨ ਸਹੀ ਕੰਮ ਨਹੀਂ ਕਰ ਰਿਹਾ ਤਾਂ ਤੁਸੀਂ ਆਪਦਾ ਹੱਥ ਉਠਾ ਸਕਦੇ ਹੋ, ਰੇਜ਼ ਯੂਅਰ ਹੈਂਡ ਐਂਡ ਆਸਕ ਦੈਮ, ਉਹਨਾਂ ਨੂੰ ਕਹਿ ਸਕਦੇ ਹੋ ਕਿ ਮੇਰਾ ਹੈਡਫੋਨ ਵਰਕਿੰਗ ਪ੍ਰੋਪਰ ਨਹੀਂ ਹੈ। ਸੋ ਉਹ ਤੁਹਾਡਾ ਹੈਡਫੋਨ ਨੂੰ ਚੇਂਜ ਕਰ ਦੇਣਗੇ। ਬਟ ਕੁਛ ਕੇਸਿਸ 'ਚ ਇੱਦਾਂ ਹੁੰਦਾ ਆ ਕਿ ਆਡੀਓ ਪਲੇ ਹੋ ਗਈ, ਮੰਨ ਲਓ ਕਿ ਤੁਹਾਡਾ ਆਡੀਓ ਪਲੇ ਹੋ ਗਈ ਅਤੇ ਤੁਹਾਡਾ ਹੈਡਫੋਨ ਕੰਮ ਨਹੀਂ ਕਰ ਰਿਹਾ, ਫਿਰ ਕੀ ਕਰੀਏ ਜੀ? ਫਿਰ ਵੀ ਤੁਸੀਂ ਆਪਦੀ ਆਵਾਜ਼ ਉਠਾਓ, ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਕਿ ਮੇਰਾ ਹੈਡਫੋਨ ਨਹੀਂ ਕੰਮ ਕਰ ਰਿਹਾ। ਪਰ ਇਹ ਬਹੁਤ ਰੇਅਰ ਚਾਂਸ ਹੁੰਦਾ ਆ ਕਿ ਇੱਦਾਂ ਕਦੇ ਹੋਵੇ, ਪਰ ਇਨ ਦਾ ਸਟਾਰਟਿੰਗ ਦੇ ਵਿੱਚ ਉੱਥੇ ਇੱਕ ਵੋਲੀਅਮ ਕੰਟਰੋਲਰ ਹੁੰਦਾ, ਤੁਸੀਂ ਉਹ ਕੰਟਰੋਲਰ ਦੇ ਥਰੂ ਵੋਲੀਅਮ ਨੂੰ ਅਪ ਡਾਊਨ ਆਪਦੇ ਲੈਵਲ ਦੇ ਅਕੋਰਡਿੰਗ ਤੁਸੀਂ ਉਹਨੂੰ ਐਡਜਸਟ ਕਰ ਸਕਦੇ ਹੋ। ਅੱਗੇ ਦੇਖੀਏ ਕਿ ਹੋਰ ਕੀ ਪ੍ਰੋਬਲਮਸ ਆਉਂਦੀਆਂ। ਐਸੈਂਸ ਦੀ ਪ੍ਰੋਬਲਮ ਆਉਂਦੀ ਹੈ, ਐਕਸੈਂਟ ਦੀ ਪ੍ਰੋਬਲਮ ਆਉਂਦੀ ਹੈ, ਕਿਉਂਕਿ ਡਿਫਰੈਂਟ ਐਕਸੈਂਟ ਜਿਹੜਾ ਯੂਜ਼ ਕੀਤਾ ਜਾਂਦਾ ਆ ਲਿਸਨਿੰਗ ਮੋਡਿਊਲ ਦੇ ਵਿੱਚ। ਬ੍ਰਿਟਿਸ਼, ਅਮਰੀਕਨ, ਇੰਡੀਅਨ, ਰਸ਼ੀਅਨ ਐਂਡ ਬਹੁਤ ਸਾਰੇ। ਬਟ 85 to 90% ਚਾਂਸ ਹੈ ਕਿ ਬ੍ਰਿਟਿਸ਼ ਐਕਸੈਂਟ ਹੀ ਯੂਜ਼ ਹੁੰਦਾ। ਸੋ ਬ੍ਰਿਟਿਸ਼ ਐਕਸ਼ਨ ਜਿਹੜਾ ਹੈ ਉਹਦੇ ਲਈ ਤੁਹਾਨੂੰ ਕੀ ਕਰਨਾ ਹੈ ਕਿ ਤੁਸੀਂ ਉਸ ਤੋਂ ਰਿਲੇਟਿਡ ਮੂਵੀਜ਼ ਦੇਖ ਸਕਦੇ ਹੋ, ਉਸ ਤੋਂ ਰਿਲੇਟਿਡ ਸੌਂਗ ਸੁਣ ਸਕਦੇ ਹੋ, ਤਾਂ ਕਿ ਤੁਹਾਡੇ ਕੰਨਾਂ ਨੂੰ ਉਹ ਐਸੈਂਟ ਸੁਣਨ ਦੀ ਆਦਤ ਪੈ ਜਾਵੇ। ਠੀਕ ਹੈ, ਇੱਕ ਡਿਫੀਕਲਟੀ ਇਹ ਫੇਸ ਕਰਨੀ ਪੈਂਦੀ ਹੈ। ਅਗਰ ਤੁਹਾਨੂੰ ਡਿਫੀਕਲਟੀਜ਼ ਪਤਾ ਹੋਣਗੀਆਂ ਤਾਂ ਤੁਸੀਂ ਉਹਦਾ ਸਲਿਊਸ਼ਨ ਲੱਭ ਲਓਗੇ। ਹੁਣ ਦੋ ਮੇਨ ਰੀਜ਼ਨ ਕੀ ਹੈ 9 ਬੈਂਡ ਅਚੀਵ ਨਾ ਕਰਨ ਦੇ, ਕਿਉਂ ਨਹੀਂ ਆਉਂਦੇ? ਫਸਟ, ਵੀ ਆਰ ਨੋਨ ਨੇਟਿਵ ਸਪੀਕਰਸ, ਯਾਨੀ ਕਿ ਅਸੀਂ ਇੰਡੀਅਨਸ ਹਾਂ, ਅਸੀਂ ਬਾਹਰ ਨਹੀਂ ਜੰਮੇ ਪਲੇ ਕਿ ਅਸੀਂ ਇੰਗਲਿਸ਼ ਉਹਨਾਂ ਵਾਂਗੂ ਬੋਲ ਸਕੀਏ। ਸੋ ਇਹ ਤਾਂ ਆਪਾਂ ਨਹੀਂ ਕਰ ਸਕਦੇ ਨਾ ਸੋਲਵ। ਸੈਕਿੰਡ ਥਿੰਗ ਇਜ਼ ਨੋਟ ਐਂਗਰੋਸਿੰਗ ਵਿਦ ਦ ਲੈਂਗੁਏਜ। ਇਹਦਾ ਮਤਲਬ ਇਹ ਹੈ ਕਿ ਆਪਾਂ ਕੀ ਕਰਦੇ ਹਾਂ ਕਿ ਫੋਰਸਫੁਲੀ ਸਕੂਲਸ ਦੇ ਵਿੱਚ ਕੰਮ 'ਤੇ ਫੋਰਸਫੁਲੀ ਆਪਾਂ ਜਿਹੜਾ ਹੈ ਇਸ ਲੈਂਗੁਏਜ ਨੂੰ ਪ੍ਰੈਫਰੈਂਸ ਦਿੰਦੇ ਹਾਂ। ਜਦੋਂ ਅਸੀਂ ਕਾਲਜ ਜਾਂਦੇ ਹਾਂ ਜਾਂ ਫਿਰ ਜਦੋਂ ਅਸੀਂ ਆਈਲੈਸ ਸੈਂਟਰ ਦੇ ਵਿੱਚ ਗਏ, ਉਦੋਂ ਆਪਾਂ ਕੀ ਹੈ ਕਿ ਫੋਰਸਫੁਲੀ ਇਸ ਲੈਂਗੁਏਜ ਨੂੰ ਯੂਜ਼ ਕਰਦੇ ਹਾਂ। ਬਟ ਘਰ ਆ ਕੇ ਅਸੀਂ ਆਪਣੇ ਪੇਰੈਂਟਸ ਨਾਲ, ਆਪਣੇ ਸਿਬਲਿੰਗਸ ਦੇ ਨਾਲ ਇਸ ਲੈਂਗੁਏਜ ਨੂੰ ਯੂਜ਼ ਨਹੀਂ ਕਰਦੇ। ਦੈਟਸ ਦਾ ਮੇਨ ਰੀਜ਼ਨ। ਸੋ ਇਹਨੂੰ ਸੋਲਵ ਕਿਵੇਂ ਕਰਨਾ ਹੈ? ਮੈਂ ਨਹੀਂ ਤੁਹਾਨੂੰ ਕਹਿ ਰਹੀ ਕਿ ਤੁਸੀਂ ਮੂਵੀਜ਼ ਦੇਖੋ, ਜਾਂ ਤੁਸੀਂ ਸਿਰਫ ਪੂਰੇ ਦਿਨ ਦੇ ਵਿੱਚ 2 ਤੋਂ 3 ਘੰਟੇ ਤੁਸੀਂ ਸਟਾਰਟਿੰਗ ਦੇ ਵਿੱਚ ਜੋ ਹੈ ਕਿ ਮਿਊਜ਼ਿਕ ਸੁਣਨਾ ਸਟਾਰਟ ਕਰ ਦਿਓ, ਸਿਰਫ ਇੰਗਲਿਸ਼ ਮਿਊਜ਼ਿਕ 2 ਤੋਂ 3 ਘੰਟੇ ਪੂਰੇ ਦਿਨ ਦੇ ਵਿੱਚ ਦਿਓ। ਜਿਹਦੇ ਨਾਲ ਕੀ ਹੋਊਗਾ ਕਿ ਤੁਹਾਡੇ ਕੰਨਾਂ ਨੂੰ ਮਿਊਜ਼ਿਕ ਇੰਜੋਏ ਕਰੋਗੇ ਤੁਸੀਂ, ਤੁਹਾਡੇ ਕੰਨਾਂ ਨੂੰ ਇੰਗਲਿਸ਼ ਸੁਣਨ ਦੀ ਆਦਤ ਪੈ ਜਾਏਗੀ। ਪਹਿਲਾਂ ਤੁਹਾਨੂੰ ਕੁਝ ਸਮਝ ਨਹੀਂ ਆਊਗਾ, ਆਈ ਨੋ ਦੈਟ, ਕੁਛ ਨਹੀਂ ਸਮਝ ਆਊਗਾ। ਪਹਿਲਾਂ ਤੁਹਾਨੂੰ 40 to 50% ਲਿਰਿਕਸ ਜਿਹੜੇ ਨੇ ਉਹ ਮਿਊਜ਼ਿਕ ਦੇ ਸਮਝ ਆਉਣਗੇ, ਉਸ ਸੌਂਗ ਦੇ ਸਮਝ ਆਉਣਗੇ। ਬਟ ਪਹਿਲਾਂ ਸਟਾਰਟਿੰਗ ਦੇ ਵਿੱਚ ਤੁਸੀਂ ਉਹਨੂੰ ਲਿਰਿਕਸ ਵਿਦ ਟਰਾਂਸਲੇਸ਼ਨ ਦੇਖੋ। ਜਦੋਂ ਉਹਦੇ ਮਤਲਬ ਸਮਝ ਆਉਣ ਲੱਗ ਜਾਣਗੇ, ਜਦੋਂ ਤੁਸੀਂ ਉਹਦੇ ਸਬਟਾਈਟਲਸ ਦੇਖਣ ਲੱਗ ਜਾਓਗੇ, ਤਾਂ ਡੈਫੀਨੇਟਲੀ 80 to 90% ਉਹਨੂੰ ਸਮਝ ਆਉਣ ਲੱਗ ਜੂਗਾ। ਅਤੇ ਇਸੇ ਤਰ੍ਹਾਂ ਹੀ ਤੁਹਾਡੀ ਐਕਸੈਂਟ 'ਤੇ ਕਮਾਂਡ ਹੋ ਜਾਏਗੀ। ਅਤੇ ਜਿਹੜੀ ਆਪਾਂ ਡਿਸਕਸ ਕਰੀ ਸੀ ਕਿ ਇੱਕ ਪ੍ਰੋਬਲਮ ਆਉਂਦੀ ਹੈ ਸਟੂਡੈਂਟਸ ਨੂੰ ਕਿ ਉਹ ਐਕਸੈਂਟ ਨਹੀਂ ਸਮਝ ਸਕਦੇ, ਕਿਉਂਕਿ ਬਹੁਤ ਡਿਫਰੈਂਸ ਹੁੰਦਾ ਕਿ ਜਦੋਂ ਆਪਾਂ ਆਏ ਬੋਲਦੇ ਹਾਂ ਅਤੇ ਆਈ ਬੋਲਦੇ ਹਾਂ ਨਾ, ਇਸ ਤਰ੍ਹਾਂ A8 1 ਇੱਦਾਂ ਦੇ ਅਲਫਾਬੈਟਸ ਨੇ ਜਿਹੜੇ, ਜਾਂ ਫਿਰ ਨੂਮੈਰੀਕਲ ਨੇ ਜਿਹਦੇ 'ਚ ਪ੍ਰੋਬਲਮ ਕ੍ਰੀਏਟ ਹੁੰਦੀ ਹੈ। ਸੋ ਇਹ ਚੀਜ਼ ਦਾ ਧਿਆਨ ਰੱਖਣਾ ਆ, ਇਹੀ ਮੇਨ ਰੀਜ਼ਨ ਹੈ। ਆਪਾਂ ਅੱਗੇ ਤੁਹਾਨੂੰ ਦੱਸਦੇ ਹਾਂ ਕਿ ਸੈਕਸ਼ਨ ਵਾਈਜ਼ ਕੀ ਪ੍ਰੋਬਲਮਸ ਆਉਂਦੀਆਂ ਨੇ। ਸੋ ਜਿਵੇਂ ਜਿਵੇਂ ਤੁਹਾਨੂੰ ਦੱਸਿਆ ਸੀ ਸੈਕਸ਼ਨ ਇੰਪਰੂਵ ਹੋਣਗੇ, ਵੱਧਦੇ ਜਾਣਗੇ, ਸੈਕਸ਼ਨ 1 2 3 ਉੱਦਾਂ ਉਹਦੀ ਡਿਫੀਕਲਟੀਜ਼ ਲੈਵਲ ਵੱਧਦਾ। ਹੁਣ ਇੱਥੇ ਤੁਸੀਂ ਦੇਖ ਰਹੇ ਹੋ ਸਕਰੀਨ 'ਤੇ ਇੱਕ ਟ੍ਰਾਇੰਗਲ, ਜਿਹਦੇ 'ਚ ਡਿਫੀਕਲਟੀ ਲੈਵਲ ਵੀ ਉੱਦਾਂ ਵੱਧ ਰਿਹਾ। ਮੰਨ ਲਓ ਕਿ ਸੈਕਸ਼ਨ 1 ਹੈ, ਉਹ ਆਪਣਾ ਉਹਦੇ 'ਚ ਕੀ ਹੈ ਕਿ ਸਪੀਡ ਪਹਿਲਾਂ ਘੱਟ ਹੋਊਗੀ, ਫਿਰ ਹੌਲੀ ਹੌਲੀ ਸਪੀਡ ਵਧੂਗੀ, ਫਿਰ 4th 'ਤੇ ਆਉਂਦੇ ਉਹ ਸਪੀਡ ਬਹੁਤ ਜ਼ਿਆਦਾ ਹੋ ਜੂਗੀ। ਉਸੇ ਤਰ੍ਹਾਂ ਨੈਕਸਟ ਡਿਫੀਕਲਟੀ ਲੈਵਲ ਹੈ ਡਿਸਟਰੈਕਸ਼ਨ,
जो सैक्शन 1 ਦੇ ਵਿੱਚ ਤੁਹਾਨੂੰ ਨਾਮ ਮਾਤਰ ਮਿਲੂਗੀ। ਡਿਸਟਰੈਕਸ਼ਨ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ। ਫੋਰ ਸਪੋਜ਼ ਕਿ ਉਹਨਾਂ ਨੇ ਬੋਲਿਆ ਕਿ ਮੈਂ ਇਹ ਚੀਜ਼ ਜਿਹੜੀ ਆ ਉਹ $20 ਦੇ ਵਿੱਚ ਖਰੀਦੀ ਸੀ, ਬਸ ਆਪਦੀ ਗੱਲ ਖਤਮ ਹੁੰਦੇ ਹੁੰਦੇ ਉਹ ਦੂਜੇ ਪਰਸਨ ਨੇ ਕਿਹਾ ਕਿ ਨਹੀਂ ਤੁਸੀਂ ਸ਼ਾਇਦ ਭੁੱਲ ਰਹੇ ਹੋ, ਆਪਾਂ 10 ਰੁਪਏ ਐਕਸਟਰਾ ਵੀ ਦਿੱਤੇ ਸੀ। ਸੋ ਇੱਦਾਂ ਦੀ ਡਿਸਟਰੈਕਸ਼ਨ ਤੁਹਾਨੂੰ ਸੈਕਸ਼ਨ 1 ਦੇ ਵਿੱਚ ਘੱਟ ਮਿਲਣਗੀਆਂ, ਬਟ ਸੈਕਸ਼ਨ 4 ਦੇ ਵਿੱਚ ਹੱਦੋਂ ਵੱਧ ਮਿਲਣਗੀਆਂ। ਸੋ ਨੈਕਸਟ ਹੈ ਟਾਈਪ ਆਫ ਕੁਐਸਚਨਸ। ਟਾਈਪਸ ਆਫ ਕੁਐਸਚਨ ਦਾ ਮਤਲਬ ਕਿ ਜਿਵੇਂ ਜਿਵੇਂ ਲੈਵਲ ਅਪ ਜਾਊਗਾ ਉੱਦਾਂ ਉੱਦਾਂ ਡਿਫਿਕਲਟੀ ਲੈਵਲ ਆਫ ਕੁਐਸਚਨਸ ਦਾ ਵੀ ਅਪ ਜਾਊਗਾ। ਐਂਡ ਫੋਰਥ ਹੈਗਾ ਨੋਨ ਬ੍ਰੇਕ ਵਿਦ ਇਨ ਸੈਕਸ਼ਨ, ਕਿ ਫੋਰਥ ਸੈਕਸ਼ਨ ਦੇ ਵਿੱਚ ਤੁਹਾਨੂੰ ਕੋਈ ਬ੍ਰੇਕ ਨਹੀਂ ਮਿਲੂਗਾ। ਤੁਸੀਂ 10 ਦੇ 10 ਕੁਐਸਚਨ ਸਿੰਗਲ ਅਟੈਂਪਟ ਦੇ ਵਿੱਚ ਖ਼ਤਮ ਕਰਨੇ ਹੋਣਗੇ, ਯਾਨੀ ਕਿ ਕੋਈ ਬ੍ਰੇਕ ਨਹੀਂ ਹੋਊਗਾ ਵਿੱਚ। ਸੈਕਸ਼ਨ 1 ਤੋਂ ਲੈ ਕੇ 3 ਦੇ ਵਿੱਚ ਮਿਨੀ ਬ੍ਰੇਕਸ ਮਿਲਣਗੇ। ਹਾਫ ਕੁਐਸਚਨ ਪਹਿਲਾਂ ਬੋਲੇ ਜਾਂਦੇ ਨੇ, ਹਾਫ ਕੁਐਸਚਨ ਫੇਰ ਹੁੰਦੇ ਨੇ, ਬਟ ਸੈਕਸ਼ਨ 4 ਦੇ ਵਿੱਚ 31 to 40 ਕੁਐਸਚਨਸ ਜਿਹੜੇ ਆ ਉਹ ਇੱਕ ਸਿੰਗਲ ਟੇਕ ਦੇ ਵਿੱਚ ਬੋਲੇ ਜਾਂਦੇ ਨੇ। ਸੋ ਹੁਣ ਕੁਐਸਚਨ ਅਰਾਈਜ਼ ਹੋ ਰਿਹਾ ਹੋਊਗਾ ਕਿ ਜਦੋਂ ਇਹ ਸਭ ਕੁਝ ਹੈ ਤਾਂ ਫਿਰ ਸੈਕਸ਼ਨ ਕਿਉਂ, ਵਾਈ ਸੈਕਸ਼ਨਸ ਕਿਉਂ ਨੇ? ਇਹ ਚੈੱਕ ਕਰਦੇ ਹੋ ਤੁਹਾਡੀ ਲਿਸਨਿੰਗ ਔਨ ਡਿਫਰੈਂਟ ਕੰਟੈਸਟ। ਕੰਟੈਸਟ ਕੀ ਹੈ ਕਿ ਟੌਪਿਕਸ ਹੁੰਦੇ ਨੇ ਡਿਫਰੈਂਟ ਟਾਈਪਸ ਦੇ, ਕੋਈ ਸੋਸ਼ਲ ਹੋ ਗਿਆ, ਕੋਈ ਅਕੈਡਮਿਕ ਹੋ ਗਿਆ, ਕੋਈ ਰਿਸਰਚ ਟਾਈਪ ਹੋ ਗਿਆ, ਇਹ ਅਲੱਗ-ਅਲੱਗ ਦੇ ਮਤਲਬ ਟੌਪਿਕਸ ਨੇ। ਇਹਨਾਂ ਦੇ ਤੁਹਾਡੀ ਲਿਸਨਿੰਗ ਚੈੱਕ ਕਰਨ ਵਾਸਤੇ ਹੀ ਸੈਕਸ਼ਨ ਡਿਵਾਈਡ ਕੀਤੇ ਗਏ ਨੇ। ਸੋ ਅੱਗੇ ਤੁਹਾਨੂੰ ਦੱਸਾਂਗੇ ਕਿ ਸੈਕਸ਼ਨ ਵਾਈਜ਼ ਕਿਸ ਟੌਪਿਕ 'ਤੇ ਜਾਂ ਫਿਰ ਕਿੱਦਾਂ ਦੇ ਕੰਟੈਸਟ 'ਤੇ ਜਿਹੜਾ ਆ ਮਟੀਰੀਅਲ ਆਉਂਦਾ ਆ ਅਤੇ ਤੁਸੀਂ ਕਿੱਦਾਂ ਦੇ ਕੁਐਸਚਨ ਤੁਹਾਨੂੰ ਮਿਲਦੇ ਨੇ ਅਤੇ ਤੁਸੀਂ ਉਹਨਾਂ ਨੂੰ ਸੋਰਟ ਆਊਟ ਕਿਵੇਂ ਕਰਨਾ ਅਤੇ ਨਾਲੇ ਤੁਹਾਨੂੰ ਦੇਵਾਂਗੇ ਟਿਪਸ। ਸੋ ਫੋਰਮੈਟ ਅਗਰ ਦੇਖੀਏ ਸੈਕਸ਼ਨ 1 ਦਾ ਕੀ ਹੈ, ਰਿਕਾਰਡਿੰਗ 1 'ਚ ਤੁਹਾਨੂੰ ਮਿਲੇਗਾ ਸੁਣਨ ਨੂੰ ਕਨਵਰਸੇਸ਼ਨ ਬਿਟਵੀਨ 2 ਪੀਪਲ, ਦੋ ਪਰਸਨ ਦੇ ਵਿੱਚ, ਦੋ ਇੰਡੀਵਿਜੂਅਲਸ ਦੇ ਵਿੱਚ ਤੁਹਾਨੂੰ ਕਨਵਰਸੇਸ਼ਨ ਸੁਣਨ ਨੂੰ ਮਿਲੂਗੀ। ਨੋਰਮਲੀ ਇਹ ਕਾਲ ਹੁੰਦੀ ਹੈ, ਇੱਕ ਕਾਲਰ ਹੁੰਦਾ, ਇੱਕ ਰਿਸੀਵਰ ਹੁੰਦਾ। ਸੋ ਉਹ ਕਿਸ ਟੌਪਿਕ 'ਤੇ ਗੱਲ ਕਰ ਸਕਦੇ ਨੇ? ਸੋਸ਼ਲ ਕੰਟੈਸਟ ਦੇ। ਸੋਸ਼ਲ ਕੰਟੈਸਟ ਲਾਈਕ ਕੋਈ ਨੋਰਮਲ ਟੌਪਿਕ, ਮੰਨ ਲਓ ਕਿ ਕੋਈ ਹੋਟਲ ਦੀ ਰਿਜ਼ਰਵੇਸ਼ਨ ਹੈ, ਕੋਈ ਏਅਰਲਾਈਨ ਦੀ ਟਿਕਟ ਬੁੱਕ ਕਰਨੀ ਹੈ, ਜਾਂ ਕੋਈ ਲਗਜ ਗੁੰਮ ਹੋ ਗਿਆ ਉਹਦੇ ਬਾਰੇ। ਸੋ ਨੋਰਮਲੀ ਇਹਦੇ 'ਚ ਕੀ ਹੁੰਦਾ, ਕਾਲ ਹੁੰਦੀ ਹੈ। ਅਤੇ ਕੁਐਸਚਨ ਟਾਈਪ ਅਗਰ ਗੱਲ ਕਰੀਏ ਤਾਂ ਸੈਕਸ਼ਨ 1 ਦੇ ਵਿੱਚ ਫੋਰਮ ਕੰਪਲੀਸ਼ਨ ਹੁੰਦਾ ਆ। ਅਤੇ ਤੁਹਾਨੂੰ ਇੱਕ ਟਿਪ ਦੇ ਦਈਏ ਕਿ ਇੱਕ ਕਾਲਰ ਹੁੰਦਾ, ਇੱਕ ਰਿਸੀਵਰ ਹੁੰਦਾ, ਠੀਕ ਹੈ ਇਹਦੇ ਵਿੱਚ। ਅਤੇ ਕਾਲਰ ਦੀ ਆਵਾਜ਼ ਤਾਂ ਤੁਹਾਨੂੰ ਸੁਣੂਗੀ, ਬਟ ਜਿਹੜਾ ਰਿਸੀਵ ਕਰ ਰਿਹਾ ਮੇ ਬੀ ਉਹਦੀ ਆਵਾਜ਼ ਥੋੜ੍ਹੀ ਤੁਹਾਨੂੰ ਘੱਟ ਸੁਣੇ। ਸੋ ਇੱਕ ਟਿਪ ਨੰਬਰ 1 ਤੁਹਾਡੇ ਡੈਸਕ ਦੇ ਉੱਪਰ ਐਗਜ਼ਾਮ ਦੇ ਵਿੱਚ ਜਦੋਂ ਵੋਲੀਅਮ ਕੰਟਰੋਲਰ ਹੋਊਗਾ, ਤੁਸੀਂ ਆਪਦੀ ਵੋਲੀਅਮ ਨੂੰ ਨੋਰਮਲ ਵੋਲੀਅਮ ਤੋਂ ਥੋੜ੍ਹਾ ਜਿਹਾ ਅਪ ਕਰ ਦੇਣਾ ਆ, ਯਾਨੀ ਕਿ ਆਪਦੀ ਵੋਲੀਅਮ ਸੈਕਸ਼ਨ 1 ਦੇ ਵਿੱਚ ਥੋੜ੍ਹੀ ਜਿਹੀ ਹਾਈ ਰੱਖਣੀ ਹੈ ਨੋਰਮਲ ਨਾਲੋਂ। ਹੁਣ ਇਹਦੇ ਪਿੱਛੇ ਰੀਜ਼ਨ ਕੀ ਹੈ ਕਿ ਬਹੁਤ ਈਜ਼ੀ ਹੁੰਦਾ ਸੈਕਸ਼ਨ 1, ਅਤੇ 1 to 10 ਕੁਐਸਚਨ ਈਜ਼ਲੀ ਤੁਸੀਂ ਕਰੈਕ ਕਰ ਸਕਦੇ ਹੋ, ਯਾਨੀ ਕਿ ਈਜ਼ਲੀ ਉਹਨਾਂ ਦੇ ਆਨਸਰ ਦੇ ਸਕਦੇ ਹੋ, ਅਤੇ 10 ਨੰਬਰ ਜਿਹੜੇ ਆ ਆਪਣੇ ਉਹ ਪੱਕੇ ਕਰ ਸਕਦੇ ਹੋ। ਇੱਕ ਇੱਕ ਕੁਐਸਚਨ ਦੀ ਬਹੁਤ ਕੀਮਤ ਹੈ। ਸੋ 10 ਨੰਬਰ ਤੁਸੀਂ ਪੱਕੇ ਕਰਨ ਵਾਸਤੇ ਪੂਰਾ ਕੌਨਸਨਟਰੇਟ, ਕੀਵਰਡ ਨੂੰ ਅੰਡਰ ਮਾਰਕ ਕਰਕੇ। ਫੋਰਮ ਕੰਪਲੀਸ਼ਨ ਹੈ ਤਾਂ ਇੱਕ ਓਬਵੀਅਸਲੀ ਫੋਨ ਕਾਲ ਹੋਊਗੀ, ਫੋਨ 'ਤੇ ਨੋਰਮਲ ਡਿਟੇਲ ਹੋਏਗੀ, ਨੰਬਰਸ ਬੋਲਣਗੇ, ਨੇਮ ਬੋਲਣਗੇ, ਪ੍ਰਾਈਜ਼ ਹੋ ਸਕਦਾ ਹੈ ਕਿ ਕੋਈ ਇੱਕ ਅੱਧਾ ਨੰਬਰ ਸਕਿਪ ਹੋ ਜਾਏ ਤਾਂ ਇੱਕ ਕੁਐਸਚਨ ਗਲਤ ਹੋ ਜਾਊਗਾ। ਸੋ ਵੋਲੀਅਮ ਨੂੰ ਨੋਰਮਲ ਤੋਂ ਥੋੜ੍ਹਾ ਜਿਹਾ ਅਪ ਕਰ ਲਓ ਤਾਂ ਕਿ ਈਚ ਐਂਡ ਐਵਰੀਥਿੰਗ ਤੁਹਾਨੂੰ ਕਲੀਅਰ ਸੁਣ ਸਕੇ। ਨੈਕਸਟ ਹੈ ਸੈਕਸ਼ਨ 2। ਸੈਕਸ਼ਨ 2 ਦੇ ਵਿੱਚ ਕੀ ਹੈ, ਇੱਕ ਮੋਨੋਲੋਗ ਹੁੰਦਾ ਹੈ ਜਿਹਦੇ 'ਚ ਕੀ ਹੈ ਕਿ ਜਿਹੜੇ ਆਪਣੇ ਐਵਰੀਡੇ ਸੋਸ਼ਲ ਕੰਟੈਸਟ ਹੁੰਦੇ ਆ, ਇੱਕ ਸਪੀਚ ਹੁੰਦੀ ਹੈ ਲੋਕਲ ਫੈਕਲਟੀ ਉੱਪਰ, ਜਿਹਦੇ 'ਚ ਇੱਕ ਸਿੰਗਲ ਪਰਸਨ ਜੋ ਹੈ ਕਿ ਉਹ ਗੱਲ ਕਰ ਰਿਹਾ ਹੁੰਦਾ, ਠੀਕ ਹੈ। ਸੋ ਇਹਦੇ 'ਚ ਕੁਐਸਚਨ ਟਾਈਪ ਕਿੱਦਾਂ ਦੇ ਆਉਂਦੇ ਆ ਆਪਣੇ ਕੋਲ? MCQs, ਮੈਪ, ਸ਼ੋਰਟ ਟਾਈਪਸ ਕੁਐਸਚਨ ਆ ਸਕਦੇ ਆ, ਡਾਇਗਰਾਮ ਆ ਸਕਦੀ ਹੈ, ਜਾਂ ਲੈਬਲਿੰਗ ਆ ਸਕਦੀ ਹੈ। ਸੋ ਐਜ਼ ਸੈਕਸ਼ਨ 1 ਐਜ਼ ਕੰਪੇਅਰ ਟੂ ਸੈਕਸ਼ਨ 1, ਅਗਰ ਸੈਕਸ਼ਨ 1 ਨਾਲ ਕੰਪੇਅਰ ਕਰੀਏ ਤਾਂ ਸੈਕਸ਼ਨ 2 ਜਿਹੜਾ ਆ ਉਹ ਥੋੜ੍ਹਾ ਜਿਹਾ ਡਿਫੀਕਲਟ ਹੁੰਦਾ ਹੈ, ਬਟ ਇੰਨਾ ਨਹੀਂ ਹੁੰਦਾ ਕਿ ਤੁਸੀਂ ਕੁਐਸਚਨ ਅਚੀਵ ਨਾ ਕਰ ਸਕੋ। ਲੋਕੇਸ਼ਨ ਤੁਹਾਨੂੰ ਈਜ਼ਲੀ ਮਿਲ ਜਾਣਗੀਆਂ, ਜਸਟ ਕੀਪ ਕੌਨਸਨਟਰੇਟ ਕਰਨਾ ਆ, ਅਤੇ ਆਨਸਰ ਜਿੱਥੇ ਕੀਵਰਡ ਮਿਲ ਗਿਆ ਉੱਥੇ ਹੀ ਪਿਕ ਕਰਨਾ ਹੈ। ਇਹਦੇ 'ਚ ਤੁਹਾਨੂੰ ਟਿਪ ਇਹ ਦੇਵਾਂਗੇ, ਜਦੋਂ ਤੁਹਾਨੂੰ ਬ੍ਰੇਕ ਮਿਲਦੀ ਹੈ
ਸੈਕਸ਼ਨ 1 ਤੋਂ ਬਾਅਦ ਕਿ ਤੁਹਾਡੇ ਕੋਲੇ ਥੋੜਾ ਟਾਈਮ ਹੈ, ਤੁਸੀਂ ਆਪਦੇ ਕੁਐਸਚਨ ਆਨਸਰਸ ਨੂੰ ਲੁੱਕ ਆਫਟਰ ਕਰ ਸਕਦੇ ਹੋ। ਉਦੋਂ ਤੁਸੀਂ ਆਪਦੇ ਆਨਸਰਸ ਨੂੰ ਨਾ ਦੇਖ ਕੇ ਤੁਸੀਂ ਅਗਲੇ ਕੁਐਸਚਨ ਯਾਨੀ ਕਿ 11 to 15 ਔਰ 11 to 20 ਦੇ ਕੁਐਸਚਨ ਤੁਸੀਂ ਰੀਡ ਆਊਟ ਕਰ ਸਕਦੇ ਹੋ। ਸੋ ਉਹ ਤੁਹਾਡਾ ਟਾਈਮ ਸੇਵ ਹੋ ਜਾਏਗਾ, ਜਿਹਦੇ ਨਾਲ ਕੁਐਸਚਨ ਦੀ ਅੰਡਰਸਟੈਂਡਿੰਗ ਹੋਏਗੀ, ਕੀਵਰਡ ਤੁਹਾਨੂੰ ਪਤਾ ਹੋਣਗੇ ਤੇ ਸੁਣ ਕੇ ਤੁਸੀਂ ਆਨਸਰ ਲਗਾ ਦੋਗੇ। ਨੈਕਸਟ ਮੂਵ ਔਨ ਟੂ ਸੈਕਸ਼ਨ 3। ਸੈਕਸ਼ਨ 3 ਦੇ ਵਿੱਚ ਕਨਵਰਸੇਸ਼ਨ ਹੁੰਦੀ ਹੈ ਅਪ ਟੂ 4 ਪੀਪਲ, ਯਾਨੀ ਕਿ 2 ਪਰਸਨ ਦੇ ਵਿੱਚ ਵੀ ਕਨਵਰਸੇਸ਼ਨ ਹੋ ਸਕਦੀ ਹੈ, ਪਰ 4 ਵੀ ਬੰਦੇ ਹੋ ਸਕਦੇ ਨੇ। ਸੋ ਇਹ ਨੋਰਮਲੀ ਕਨਵਰਸੇਸ਼ਨ ਹੁੰਦੀ ਹੈ ਐਜੂਕੇਸ਼ਨਲ ਰਿਲੇਟਿਡ ਔਰ ਟ੍ਰੇਨਿੰਗ ਰਿਲੇਟਿਡ ਸਮਥਿੰਗ, ਕਿ ਕੋਈ ਯੂਨੀਵਰਸਿਟੀ 'ਚ ਗਿਆ, ਲੈਕਚਰ ਸੀਗੇ ਤਾਂ 2 ਜਾਂ 3 ਬੰਦੇ ਪਰਸਨਲ ਗੱਲ ਕਰ ਰਹੇ ਆ, ਫਿਰ ਕਿਸੇ ਲੈਕਚਰਰ ਨੇ ਆ ਕੇ ਐਡਵਾਈਸ ਦੇਤੀ ਕਿ ਨਹੀਂ ਤੁਸੀਂ ਇਸ 'ਤੇ ਰਿਸਰਚ ਨਹੀਂ ਕਰਨਾ, ਤੁਸੀਂ ਇਸ ਟੌਪਿਕ 'ਤੇ ਰਿਸਰਚ ਕਰਨਾ। ਫੋਰ ਐਗਜ਼ਾਮਪਲ ਦਿੱਤਾ ਹੋਇਆ ਕਿ ਇੱਕ ਯੂਨੀਵਰਸਿਟੀ ਟਿਊਟਰ ਹੈ ਐਂਡ ਸਟੂਡੈਂਟਸ ਨੇ ਉਹ ਡਿਸਕਸਿੰਗ ਅਬਾਊਟ ਦੇਅਰ ਅਸਾਈਨਮੈਂਟ ਦੇ ਉੱਪਰ ਉਹ ਡਿਸਕਸ ਕਰ ਰਹੇ ਨੇ। ਇਹਦੇ 'ਚ ਕੁਐਸਚਨ ਟਾਈਪ ਤੁਹਾਨੂੰ ਮਿਲਣਗੇ ਨੋਰਮਲੀ ਮਲਟੀਪਲ ਚੋਇਸ ਕੁਐਸਚਨ। ਸੋ ਮਲਟੀਪਲ ਚੋਇਸ ਕੁਐਸਚਨ ਆਈ ਫੀਲ ਕਿ ਸਭ ਤੋਂ ਵੱਡੀ ਪ੍ਰੋਬਲਮ ਸਟੂਡੈਂਟਸ ਦੀ ਮਲਟੀਪਲ ਚੋਇਸ ਕੁਐਸਚਨਸ 'ਤੇ ਰਹਿੰਦੀ ਹੈ। ਸੋ ਇਹ ਡਿਫਿਕਲਟ ਪਾਰਟ ਹੋਊਗਾ ਤੁਹਾਡੇ ਲਈ ਸੈਕਸ਼ਨ 3, ਕਿਉਂਕਿ ਇਹਦੇ 'ਚ ਡਿਫਿਕਲਟ ਇਸ ਲਈ ਹੋਊਗਾ ਕਿ ਕੁਐਸਚਨ ਮਲਟੀਪਲ ਚੋਇਸ ਕੁਐਸਚਨ ਦੇ ਵਿੱਚ ਤੁਹਾਨੂੰ ਕੁਐਸਚਨ ਵੀ ਰੀਡ ਆਊਟ ਕਰਨਾ ਪੈਂਦਾ ਉਨੇ ਟਾਈਮ 'ਚ, ਅਤੇ ਉਹਦੇ ਨੀਚੇ ਜਿਹੜੀਆਂ 3 ਜਾਂ 4 ਆਪਸ਼ਨਸ ਦਿੱਤੀਆਂ ਹੁੰਦੀਆਂ ਤੁਸੀਂ ਉਹ ਵੀ ਰੀਡ ਆਊਟ ਕਰਨੀਆਂ ਹੁੰਦੀਆਂ ਨੇ। ਸੋ ਸੇਫ ਸਾਈਡ ਕੀ ਹੈ ਕਿ ਤੁਸੀਂ ਸੈਕਸ਼ਨ 2 ਦੇ ਵਿੱਚੋਂ ਆਨਸਰਸ ਤੋਂ ਬਾਅਦ ਜਦੋਂ ਟਾਈਮ ਮਿਲਦਾ ਆ, ਜਦੋਂ ਸੈਕਸ਼ਨ 2 ਖਤਮ ਹੁੰਦਾ, ਜਦੋਂ ਟਾਈਮ ਮਿਲਦਾ ਹੈ ਉਦੋਂ ਆਨਸਰ ਨੂੰ ਦੇਖਣ ਦੀ ਬਜਾਏ ਪਹਿਲਾਂ ਇਹਦੇ ਕੁਐਸਚਨ ਅਤੇ ਇਹਦੀ ਜੋ ਵੀ ਆਪਸ਼ਨਸ ਨੇ ਉਹ ਰੀਡ ਆਊਟ ਕਰ ਲਓ ਇੱਕ ਵਾਰ, ਠੀਕ ਹੈ। ਸੈਕਸ਼ਨ 4 ਦੇ ਵਿੱਚ ਇੱਕ ਮੋਨੋਲੋਗ ਹੁੰਦਾ ਔਨ ਐਨ ਅਕੈਡਮਿਕ ਸਬਜੈਕਟ। ਫੋਰ ਐਗਜ਼ਾਮਪਲ ਕਿ ਕਿਸੇ ਯੂਨੀਵਰਸਿਟੀ ਲੈਕਚਰਰ ਦਾ ਲੈਕਚਰ ਹੋ ਸਕਦਾ ਆ, ਉੱਥੇ ਇੱਕ ਸਿੰਗਲ ਪਰਸਨ ਦੀ ਟੋਕ ਹੁੰਦੀ ਹੈ, ਸੈਮੀਨਾਰ ਟਾਈਪ ਹੁੰਦਾ ਹੈ ਕਿ ਉਹ ਆਪਦੀ ਟੋਕ ਦੇ ਰਹੇ ਹੁੰਦੇ ਨੇ ਯੂਨੀਵਰਸਿਟੀ 'ਚ, ਇੱਕ ਸਿੰਗਲ ਪਰਸਨ ਐਡਰੈਸ ਕਰ ਰਿਹਾ ਹੁੰਦਾ। ਸੋ ਨੋਰਮਲੀ ਇਹਦੇ ਵਿੱਚ ਕੁਐਸਚਨ ਜਿਹੜੇ ਆਉਂਦੇ ਨੇ ਸਮਰੀ ਕੰਪਲੀਸ਼ਨ 'ਤੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਸਭ ਤੋਂ ਡਿਫਿਕਲਟ ਟਾਸਕ ਜਿਹੜਾ ਆ ਸੈਕਸ਼ਨ 4 ਹੈ। ਬਿਕੋਜ਼ ਰੀਜ਼ਨ ਕੀ ਹੈ ਡਿਫਿਕਲਟ ਹੋਣ ਦਾ, ਕੁਐਸਚਨ ਟਾਈਪਸ ਤਾਂ ਸੌਖੇ ਹੁੰਦੇ ਨੇ ਕਿਉਂਕਿ ਸਮਰੀ ਕੰਪਲੀਸ਼ਨ ਹੈ, ਈਜ਼ੀਲੀ ਬੱਚੇ ਗ੍ਰੈਪ ਕਰ ਲੈਂਦੇ ਨੇ, ਬਟ ਡਿਫਿਕਲਟ ਇਸ ਲਈ ਹੈ ਕਿ ਕਿਉਂਕਿ 31 to 40 ਕੁਐਸਚਨ ਵਿਦਾਊਟ ਬ੍ਰੇਕ ਜਾਂਦੇ ਨੇ, ਕੋਈ ਬ੍ਰੇਕ ਨਹੀਂ ਹੁੰਦਾ ਵਿੱਚ। ਸੋ ਇੱਕੋ ਵਾਰ 'ਚ ਜਿਹੜੇ ਆ ਕੁਐਸਚਨ ਚੱਲਦੇ ਨੇ। ਸੋ ਕਈ ਵਾਰ ਕੀ ਹੁੰਦਾ ਕਿ ਕੋਈ ਇੱਕ ਕੁਐਸਚਨ ਸਕਿਪ ਹੋ ਗਿਆ, ਪਰ ਬੱਚੇ ਹਜੇ ਵੀ ਉੱਥੇ ਹੀ ਫਸੇ ਰਹਿ ਜਾਂਦੇ ਨੇ ਕਿ ਮੇਰਾ ਇਹ ਕੁਐਸਚਨ ਛੁੱਟ ਗਿਆ, ਇੰਨੇ 'ਚੋਂ ਨੈਕਸਟ 2 ਕੁਐਸਚਨ ਦੇ ਆਨਸਰ ਦੇ ਚੁੱਕੇ ਹੁੰਦੇ ਨੇ। ਸੋ ਇਹਦੇ 'ਚ ਟਿਪ ਹੈ ਤੁਹਾਨੂੰ ਕਿ ਅਗਰ ਮੰਨ ਲਓ ਕਿ ਤੁਹਾਡਾ ਇੱਕ ਕੁਐਸਚਨ ਗਿਆ ਤਾਂ ਤੁਸੀਂ ਜਦੋਂ ਅਗਲਾ ਕੀਵਰਡ ਸੁਣੋ ਮੂਵ ਔਨ ਹੋ ਜਾਓ ਨੈਕਸਟ ਕੀਵਰਡ 'ਤੇ, ਬਿਕੋਜ਼ ਇੱਕ ਕੁਐਸਚਨ ਦੇ ਪਿੱਛੇ ਤੁਸੀਂ ਆਪਦੇ 2-3 ਕੁਐਸਚਨ ਨਹੀਂ ਖਰਾਬ ਕਰ ਸਕਦੇ। ਸੋ ਇਹ ਤਾਂ ਸੀਗਾ ਜੀ ਪੂਰਾ ਸਟਰਕਚਰ ਅਤੇ ਗ੍ਰੇਡਿੰਗ ਸਿਸਟਮ ਅਤੇ ਕਿਉਂ 9 ਬੈਂਡ ਅਚੀਵ ਨਹੀਂ ਹੁੰਦੇ। ਪਰ ਨੈਕਸਟ ਵੀਡੀਓਜ਼ ਦੇ ਵਿੱਚ ਤੁਹਾਨੂੰ ਜ਼ਰੂਰ ਅਸੀਂ ਦੱਸਾਂਗੇ ਕਿ ਹਰੇਕ ਸਿੰਗਲ ਟਾਈਪ ਆਫ ਕੁਐਸਚਨ, ਕਿ ਸਮਰੀ ਕੰਪਲੀਸ਼ਨ ਨੂੰ ਕਿਵੇਂ ਸੋਲਵ ਕਰਨਾ ਹੈ, ਫੋਰਮ ਕੰਪਲੀਸ਼ਨ ਨੂੰ ਕਿਵੇਂ ਸੋਲਵ ਕਰਨਾ ਹੈ, ਮੈਪ ਕਿਵੇਂ ਸੋਲਵ ਹੋਊਗਾ, ਬਿਲਕੁਲ ਡਿਟੇਲ 'ਚ ਵੀਡੀਓ ਆਉਣਗੀਆਂ। ਬਸ ਤੁਹਾਡਾ ਸਪੋਰਟ ਚਾਹੀਦਾ ਆ, ਸਪੋਰਟ ਕਰਦੇ ਰਹੋ। ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ ਐਂਡ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਅਤੇ ਸ਼ੇਅਰ ਵੀ ਕਰ ਦਿਓ ਵੀਡੀਓ ਨੂੰ, ਕਿਉਂਕਿ ਜਿੰਨਾ ਜ਼ਿਆਦਾ ਤੁਸੀਂ ਸਪੋਰਟ ਕਰੋਗੇ ਉਨਾ ਚੈਨਲ ਗਰੋ ਕਰੂਗਾ ਅਤੇ ਉਨਾ ਹੀ ਸਟੂਡੈਂਟਸ ਨੂੰ ਬੈਨੀਫਿਟ ਮਿਲੂਗਾ। ਥੈਂਕ ਯੂ ਫॉर ਵਾਚਿੰਗ।